ਰਾਗਮਾਲਾ। ਪਾਵਨ ਬੀੜ ਵਿੱਚ ਸਭ ਤੋਂ ਅਖੀਰਲੀ ਕੀਮਤੀ ਵਸਤੂ ਹੈ ਰਾਗਮਾਲਾ। ਰਾਗਮਾਲਾ ਤੋਂ ਪਤਾ ਚੱਲਿਆ ਕਰਦਾ ਹੈ ਕਿ ਇਹ ਰਾਗ ਦੇ ਕਿਸ ਮਤ ਦਾ ਪਤਾ ਦਿੰਦੀ ਹੈ। ਰਾਗ ਦੇ ਉਂਝ 4 ਮਤ ਹਨ: ਸ਼ਿਵ ਮਤ, ਕਾਲੀਨਾਥ ਮਤ, ਭਰਤ ਮਤ ਤੇ ਹਨੂਮਾਨ ਮਤ। ਪਰ ਸ੍ਰੀਮਾਨ ਡਾਕਟਰ ਚਰਨ ਸਿੰਘ ਜੀ ਨੇ ਬੜੀ ਮਿਹਨਤ ਕਰਕੇ 12 ਰਾਗਮਾਲਾ ਇਕੱਠੀਆਂ ਕੀਤੀਆਂ ਤੇ ਮਤਾਂ ਦੇ ਵੇਰਵੇ ਤੇ ਪ੍ਰਭੇਦ ਲੱਭੇ। ਸਭਨਾਂ ਦੇ ਟਾਕਰੇ ਕਰਨ ਤੇ ਆਪ ਇਸ ਸਿੱਟੇ ਤੇ ਅਪੜੇ ਕਿ ਪਾਵਨ ਬੀੜ ਵਾਲੀ ਰਾਗਮਾਲਾ ਸਭ ਤੋਂ ਭਿੰਨ ਹੈ ਤੇ ਇਹ ਜਤਾ ਦਿੰਦੀ ਹੈ ਕਿ ਰਾਗ ਦਾ ਮਤ ਵੀ ਗੁਰੂ ਜੀ ਦਾ ਅੱਡਰਾ ਹੈ। ਚਾਹੋ ਫਰਕ ਥੋੜੇ ਥੋੜੇ ਹੋਇਆ ਕਰਦੇ ਹਨ, ਪਰ ਇਹਨਾਂ ਤੋਂ ਹੀ ਮਤ ਦਾ ਪਤਾ ਚੱਲਦਾ ਹੈ। ਸੋ ਇਹ ਰਾਗਮਾਲਾ ਗੁਰਮਤ ਸੰਗੀਤ ਦੀ ਲਕਾਇਕ ਹੈ। ਇਹ ਰਾਗਮਾਲਾ ਮਿਲੀ ਕਿੱਥੋਂ? ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਪਤਾ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੋਈ ਬਾਣੀ ਸੰਗਲਾਦੀਪ ਵਿੱਚ ਉਚਾਰੀ ਹੈ। ਉੱਥੇ ਪੈੜੇ ਮੁਖੇ ਨੂੰ ਘੱਲਿਆ ਸੀ। ਉਹ ਜੋ ਕੁਛ ਲਿਆਇਆ ਤੇ ਉਸ ਦੇ ਸਫ਼ਰ ਦਾ ਹਾਲ, ਇਹ ਤਾਂ ਪਾਵਨ ਬੀੜ ਲਈ ਸ੍ਰੀ ਗੁਰੂ ਜੀ ਨੇ ਪ੍ਰਵਾਨ ਨਾ ਕੀਤਾ। ਉਹਨਾਂ ਦੀ ਦੈਵੀ ਸ਼ਕਤੀ ਤੇ ਉਹ ਤੁਲ ਨਾ ਸਕਿਆ, ਪਰ ਰਾਗਮਾਲਾ ਆਪ ਨੂੰ ਗੁਰੂ ਨਾਨਕ ਕਿਰਤ ਜਚ ਗਈ ਤੇ ਉਹ ਪਾਵਨ ਬੀੜ ਦੇ ਅੰਤ ਵਿੱਚ ਦਰਜ ਕਰ ਦਿੱਤੀ ਗਈ ਤਾਂ ਕਿ ਗੁਰਮਤ ਸੰਗੀਤ ਦੀ ਸੂਚਕ ਰਹੇ। ਰਾਗ ਵਿਦਿਆ ਦੀ ਪ੍ਰੋੜਤਾ ਤੇ ਰਾਗ ਦੁਆਰਾ ਹਰੀ ਕੀਰਤਨ ਗੁਰੂ ਘਰ ਦਾ ਇੱਕ ਰੁਕਨ ਹੈ। ਇਸ ਲਈ ਰਾਗ ਦੀ ਆਪਣੀ ਵਿਉਮ ਕਾਇਮ ਰੱਖਣੀ ਜ਼ਰੂਰੀ ਸੀ। ਕਿਸੇ ਦੇ ਸ਼ੱਕ ਪਾਉਣ ਤੇ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਕਵੀ ਸੰਤੋਖ ਸਿੰਘ ਜੀ ਤੇ ਮਗਰੋਂ ਹੋਰ ਕਈਆਂ ਨੇ ਕਿਉਂ ਕਰ ਦਿੱਤਾ ਇਹ ਸ਼ੈ ਆਲਮ ਕਵੀ ਦੀ ਹੈ। ਪਰ ਵਰਿਆਂ ਬੱਧੀ ਦੀ ਖੋਜ ਤੇ ਵਿਆਖਿਆ ਨਾਲ ਖਾਲਸਾ ਸਮਾਚਾਰ ਨੇ ਸਾਬਤ ਕਰ ਦਿੱਤਾ ਹੈ ਕਿ ਇਹ ਰਾਗਮਾਲਾ ਗੁਰੂ ਕਿਰਤ ਹੈ ਤੇ ਆਲਮ ਕਵੀ ਨੇ, ਜੋ 10ਵੇਂ ਪਾਤਸ਼ਾਹ ਦਾ ਦਰਬਾਰੀ ਕਵੀ ਸੀ, ਗੁਰੂ ਘਰ ਵਿੱਚੋਂ ਲੈ ਕੇ ਆਪਣੀ ਕਾਮ ਕੰਦਲਾ ਨਾਮੇ ਪੋਥੀ ਵਿੱਚ ਪਾ ਲਈ ਸੀ, ਜਿਸ ਦਾ ਵੇਰਵਾ ਇਹ ਹੈ। ਕਵੀ ਜੀ ਨੇ ਆਲਮ ਕਵੀ ਦੀ ਪੋਥੀ ਦੀ ਪੂਰੀ ਖੋਜ ਕੀਤੇ ਬਿਨਾਂ ਇਹ ਕੁਝ ਲਿਖਿਆ ਹੈ। ਆਖਦੇ ਹਨ, ਇਹ ਭੁੱਲ ਸੋਭਾ ਸਿੰਘ ਨੇ ਕਰਵਾਈ ਸੀ। ਭੁੱਲ ਦਾ ਕਾਰਨ ਉਹ ਸੰਮਤ ਸੀ ਜੋ ਆਲਮ ਦੀ ਪੋਥੀ ਦੇ ਦਿਬਾਚੇ ਵਿੱਚ 991 ਹਿਜਰੀ ਦਿੱਤਾ ਗਿਆ। ਇਸ ਸੰਮਤ ਨੂੰ ਭੁਲੇਖੇ ਨਾਲ ਆਲਮ ਦੀ ਪੋਥੀ ਦਾ ਜੋ ਸੰਸਕ੍ਰਿਤ ਦਾ ਹਿੰਦੀ ਤਰਜਮਾ ਹੈ ਸੰਮਤ ਸਮਝ ਲਿਆ ਗਿਆ ਸੀ। ਹਾਲਾਂਕਿ ਇਹ ਸੰਮਤ ਅਸਲ ਸੰਸਕ੍ਰਿਤ ਪੁਸਤਕ ਦਾ ਹੈ ਜੋ ਕਵੀ ਜੋਧ ਨੇ ਅਕਬਰ ਦੇ ਸਮੇਂ ਰਚੀ ਸੀ। ਆਲਮ ਕਵੀ ਨੇ ਆਪਣੀ ਰਚਨਾ ਰਚਨ ਦਾ ਸੰਮਤ ਆਪਣੀ ਪੋਥੀ ਦੇ ਅਖੀਰ ਤੇ 1774 ਵਿਕਰਮੇ ਦਿੱਤਾ। ਸ੍ਰੀਮਾਨ ਗਿਆਨੀ ਸਾਹਿਬ ਸਿੰਘ ਜੀ ਧਮਧਾਨ ਵਾਲਿਆਂ ਨੇ ਰਾਗਮਾਲੇ ਤੇ ਬੜੀ ਡੂੰਘੀ ਤੇ ਚਿਰਕਾਲ ਤੱਕ ਸ਼ੋਭਾਯੋਗ ਖੋਜ ਕੀਤੀ ਹੈ। ਉਹਨਾਂ ਅਨੁਸਾਰ ਉਹਨਾਂ ਨੇ 5 ਸ਼ਲੋਕ ਜੋਧ ਕਵੀ ਦੇ ਦਿਵਾਚੇ ਵਿੱਚੋਂ ਦਿੱਤੇ ਹਨ, ਜਿਨ੍ਹਾਂ ਦਾ ਭਾਵ ਆਲਮ ਕਵੀ ਦੇ ਤਰਜਮੇ ਨਾਲ ਟਾਕਰਾ ਖਾਂਦਾ ਹੈ ਤੇ ਨਿਰਸੰਸ਼ੇ ਕਰ ਦਿੰਦਾ ਹੈ ਕਿ 1991 ਹਿਜਰੀ ਸਨ ਆਲਮ ਦਾ ਨਹੀਂ, ਪਰ ਜੋਧ ਕਵੀ ਦੀ ਸੰਸਕ੍ਰਿਤ ਰਚਨਾ ਦਾ ਹੈ। ਯਥਾ ਪਾਠ ਮਾਧਵਾਨਲ ਕਾਮ ਕੰਦਲਾ ਰਚਿਤ ਪ੍ਰਣਮੈ ਤਤ ਪ੍ਰੰਗ ਬ੍ਰਹਮ ਚਤੁਰਾਨੰਤ ਪਰਮ ਸਰਵਸਯੁਤ ਜਗन्नाथे ਭੂਤਾਦੀਨਾ ਪਰਵਰਤਰ ਪਰ ਵਰਤਕ੍ਰਮ। ਅਰਥ, ਪਹਿਲੋਂ ਮੈਂ ਤਤਪਰ ਬ੍ਰਹਮ ਨੂੰ ਪ੍ਰਣਾਮ ਕਰਦਾ ਹਾਂ, ਜੋ ਬ੍ਰਹਮ ਕੇ ਬ੍ਰਹਮਾ ਤੋਂ ਵੀ ਪਰੇ ਹੈ, ਜੋ ਸਰਬ ਵਿਆਪੀ ਤੇ ਜਗਤ ਦਾ ਸੁਆਮੀ ਹੈ ਤੇ ਆਕਾਸ਼ ਆਦਿ ਭੂਤਾਂ ਦੀ ਪ੍ਰਵਿਰਤੀ ਕਰਨੇ ਵਾਲਾ ਹੈ। ਆਦਿਅੰਤਾ ਵਿਹੀਨ ਧਾਰਿਅਤ ਸਚਰਾਚਰਮ ਅਗਿੰਗ ਮਤਮਤਾ ਗਯੰਗ ਮਗਿੰਗ ਯਗਿੰਗ ਮਰਨਾ ਤਮ ਨਾਮ। ਆਦ ਅੰਤ ਤੋਂ ਰਹਿਤ ਚਲ ਤੇ ਅਚਲ ਦਾ ਧਾਰਨ ਕਰਤਾ ਹੈ, ਸਭ ਦਾ ਆਗੂ ਹੈ, ਸੂਖਮ ਬੁੱਧੀ ਵਾਲੇ ਦੇ ਜਾਣਨੇ ਯੋਗ ਅਰ ਮਲੀਨ ਆਤਮਾ ਦੇ ਨਾ ਜਾਣਨੇ ਯੋਗ ਹੈ। ਸਰਵਦਾ ਸਰਵੇਸਵਯੰ ਹੈ ਸਰਵ ਸਾਖਸ ਚ ਤਨਮਯਮ ਰਸ ਬਧਾ ਜਗਦੀਰ ਕ੍ਰਿਤ
ਰਸ ਬਧਾ ਜਗਦੀਰਤ ਕਥਯਾਮ ਯਥਾਮਤ। ਅਰਥ ਸਰਬ ਦਾ ਕਾਲ ਸਰਬ ਜੀਵਾਂ ਦੇ ਸੇਵਨੇ ਯੋਗ ਹੈ ਤੇ ਸਰਬ ਦਾ ਸਾਖੀ ਜਗਤ ਰੂਪ ਹੈ। ਜਿਸ ਰਸ ਕਰ जगत बंधायमान है, सो जगत की रीति में जैसी मेरी मत है कथन करदा हाँ। समाश्रित जगतपत महाराजे महाबलम महाते ज्योतिं नाथ मेघ छतर तरंग धर्म। अर्थ जगत ਦੇ ਪਤੀ ਦਾ ਭਲੀ ਪ੍ਰਕਾਰ ਆਸਰਾ ਲੈ ਕੇ ਹੁਣ ਮਹਾਬਲੀ ਮਹਾਰਾਜ ਬੜੇ ਤੇਜ ਵਾਲਾ ਪਰਜਾ ਸੁਆਮੀ ਅਦੁੱਤੀ ਛਤਰਧਾਰੀ ਤੇ ਬਹੁਤ ਵੱਡਾ ਅਕਬਰ ਹੈ। ਛਤਰ ਜਾਤ ਜਿਤੰ ਦਕਸ਼ਿਣ ਪ੍ਰਜਾ ਧਰਮ ਸੁਰੱਖਿਅਕਮ ਇੰਦਰ ਪਰਸਤ ਪਤਰੂਪ ਭੂਪੰ ਰਾਜ ਰਾਜੰ ਮਹਾਵਰਮ। ਅਰਥਾਤ ਜਿਸ ਨੇ ਸਾਰੇ ਛਤਰ ਜਿੱਤੇ ਰਾਜੇ ਵੀ ਜਿੱਤ ਲਏ ਹਨ ਤੇ ਜੋ ਪਰਜਾ ਦੇ ਧਰਮ ਦੀ ਰੱਖਿਆ ਕਰਨੇ ਵਾਲਾ ਹੈ। ਦਿੱਲੀ ਦਾ ਪਤੀ ਰਾਜਿਆਂ ਦਾ ਰਾਜਾ ਸ਼ਹਿਨਸ਼ਾਹ ਤੇ ਸ੍ਰੇਸ਼ਟ ਹੈ। ਕੋਟ ਯੁਗ ਸਹਿਸਰਾਣ ਜੀਵ ਯਤ ਮਹੀਤ ਤੇ ਮਹੀਤਲੇ ਟੋਡਰ ਮਲ ਸੰਸੇਵਮ ਯਕਸ਼ ਕਿਨਰ ਸਵੇ ਸੇਵੇਤਮ। ਕਰੋੜਾਂ ਤੇ ਹਜ਼ਾਰਾਂ ਯੁਗਾਂ ਤੱਕ ਭੂਮੀ ਪਰ ਜਿਉਂਦਾ ਰਹੇ ਟੋਡਰ ਮਲ ਵਜ਼ੀਰ ਜਿਸ ਦੀ ਸੇਵਾ ਕਰਦਾ ਤੇ ਜਸ਼ ਕਿਨਰ ਵੀ ਸੇਵਾ ਕਰਦੇ ਹਨ। ਇੰਦਰਾਦਯਨੰਤ ਰੁਚਮ ਕਬਰੰ ਸੁਵਰੰ ਨਿਰਪਮ ਦਿਵਨ ਚੰਦਰ ਮਿਤੇ ਬਦੇ ਜਾਵਨੇ ਭਾਖਿਆ ਤੇ ਕਥਾ। ਅਰਥ ਇੰਦਰ ਆਦਿਕ ਦੇਵਤਿਆਂ ਵਿੱਚ ਰੁਚੀ ਵਾਲਾ ਅਕਬਰ ਨਾਮੇ ਸ਼ੁਭ ਨਰਪਾਲਕ ਦੋ ਨਾਏ ਤੇ ਏਕਾ। ਅਰਥਾਤ ਸੰਮਤ 991 ਯਾਵਨੀ ਹਿਜਰੇ ਵਿੱਚ ਮੈਂ ਮਾਧਾਵਾਨਲ ਕਥਾ ਕਹਿੰਦਾ ਹੈ। ਕਾਚਿਤ ਪੁਸ਼ਪਾਵਤੀ ਛਤਰਾ ਰਾਜਧਾਨੀ ਸ਼ੁਭਾਖਲ ਗੋਬਿੰਦ ਚੰਦ ਸ਼ਰੰਕਯਾ ਯੋਥੇ ਦ੍ਰੋਣਾ ਮਰਾਵਤੀ। ਅਰਥਾਤ ਕੋਈ ਇੱਕ ਪੁਸ਼ਪਾਵਤੀ ਨਗਰੀ ਸੁਣੀ ਹੈ। ਨਿਸ਼ਚੇ ਕਰ ਸ਼ੁਭ ਰਾਜਧਾਨੀ ਗੋਬਿੰਦ ਚੰਦ ਰਾਜਾ ਜਿਸ ਨਗਰੀ ਦੀ ਰੱਖਿਆ ਕਰਨੇ ਵਾਲਾ ਹੈ, ਇਉਂ ਜਿਵੇਂ ਦੇਵਪੁਰੀ ਦੀ ਇੰਦਰ ਰੱਖਿਆ ਕਰਦਾ ਹੈ। ਇਸ ਤੋਂ ਸਿੱਧ ਹੋ ਜਾਂਦਾ ਹੈ ਕਿ 991 ਹਿਜਰੀ ਸੰਮਤ ਜੋਧ ਕਵੀ ਦੀ ਸੰਸਕ੍ਰਿਤ ਰਚਨਾ ਦਾ ਹੈ, ਆਰਮ ਦੇ ਅਨੁਵਾਦ ਦਾ ਨਹੀਂ। 991 ਹਿਜਰੀ ਦਾ ਬਿਕਰਮੀ ਸੰਮਤ 1640 ਬਣਦਾ ਹੈ। ਉਸ ਨੂੰ ਜਦ ਆਲਮ ਦੇ ਉਲਥੇ ਕਰਨ ਦਾ ਸੰਮਤ ਸਮਝ ਲਿਆ ਗਿਆ ਤਾਂ ਭੁਲੇਖਾ ਲੱਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੇ ਰਚੇ ਜਾਣ ਤੋਂ 21 ਵਰ੍ਹੇ ਪਹਿਲਾਂ ਆਲਮ ਦੀ ਰਾਗਮਾਲਾ ਮੌਜੂਦ ਸੀ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ 1661 ਸੰਮਤ ਵਿੱਚ ਬਿਕਰਮੀ ਵਿੱਚ ਵੱਜੀ ਹੈ। ਇਸ ਹਿਸਾਬ ਆਲਮ ਦੀ ਰਚਨਾ ਪਹਿਲੋਂ ਹੋਈ ਜਾਪਦੀ ਸੀ, ਜਿਸ ਤੋਂ ਸਾਰਿਆਂ ਨੇ ਟਪਲਾ ਖਾਧਾ ਕਿ ਰਾਗਮਾਲਾ 21 ਵਰ੍ਹੇ ਪਹਿਲੋਂ ਮੌਜੂਦ ਸੀ ਤੇ ਸੰਸ਼ੇ ਕਰਨ ਵਾਲਿਆਂ ਨੇ ਖਿਆਲ ਬਣਾ ਲਿਆ ਕਿ ਕਿਸੇ ਨਾ ਕਿਸੇ ਤਰ੍ਹਾਂ ਉੱਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆ ਗਈ। ਫਿਰ ਸਵਾਦ ਦੀ ਗੱਲ ਇਹ ਹੈ ਕਿ ਜੋਧ ਕਵੀ ਦੇ ਪੁਸਤਕ ਵਿੱਚ ਜੋ 991 ਹਿਜਰੀ ਦਾ ਰਚਿਤ ਹੈ, ਰਾਗਮਾਲਾ ਹੈ ਹੀ ਨਹੀਂ। ਜੋ ਖੋਜ ਹੁਣ ਤੱਕ ਕੀਤੀ ਗਈ ਹੈ ਦੱਸਦੀ ਹੈ ਕਿ ਆਲਮ ਦਾ ਸਮਾਂ 1712 ਬਿਕਰਮੀ ਸੰਮਤ ਦੱਸਦੀ ਹੈ ਕਿ ਆਲਮ ਦਾ ਸਮਾਂ 1712 ਬਿਕਰਮੀ ਸੰਮਤ ਤੋਂ 1774 ਬਿਕਰਮੀ ਤੱਕ ਲਿਖਤੀ ਸਬੂਤਾਂ ਵਿੱਚ ਸਹੀ ਹੈ। ਸੋ ਸਦੀ ਤੋਂ ਵਧੇਕ ਮਗਰੋਂ ਜੋ ਸ਼ੈ ਰਚੀ ਗਈ ਉਸ ਦਾ ਕੋਈ ਹਿੱਸਾ ਸਦੀ ਪਹਿਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿੱਕੂ ਦਰਜ ਹੋ ਸਕਦਾ ਸੀ, ਚਾਹੇ ਉਹ ਭਾਈ ਗੁਰਦਾਸ ਜੀ ਵਾਲੀ ਬੀੜ ਸੀ, ਚਾਹੇ ਭਾਈ ਬੰਨੋ ਵਾਲੀ ਸੀ। 1674 ਤੱਕ ਹਜ਼ਾਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖੇ ਗਏ ਸੰਮਤਾਂ ਵਾਲੀਆਂ ਬੀੜਾਂ ਮੌਜੂਦ ਸਨ। ਸਭ ਪਰ ਰਾਗਮਾਲਾ ਹੈ। ਕਵੀ ਆਲਮ ਬਾਬਤ ਵਿਸ਼ੇਸ਼ ਖੋਜ ਇਸ ਪ੍ਰਕਾਰ ਹੈ। ਸ਼ਿਵ ਸਿੰਘ ਸਰੋਜਨਾਮੇ ਹਿੰਦੀ ਕਵੀਆਂ ਦੇ ਹਾਲਤ ਦੀ ਪੋਥੀ ਵਿੱਚ ਆਲਮ ਕਵੀ ਦਾ ਸੰਮਤ
1712 ਦਿੱਤਾ ਹੈ। ਨਾਗਰੀ ਪ੍ਰਚਾਰਣੀ ਸਭਾ ਬਨਾਰਸ ਨੇ ਹਿੰਦੀ ਸ਼ਬਦ ਸਾਗਰ ਅਰਥਾਤ ਹਿੰਦੀ ਭਾਸ਼ਾ ਦਾ ਇੱਕ ਬ੍ਰਿਹਤ ਕੋਸ਼ ਨਾਮ ਦਾ ਗ੍ਰੰਥ 48 ਸੈਂਚੀਆਂ ਵਿੱਚ ਪ੍ਰਕਾਸ਼ ਕੀਤਾ ਹੈ। ਇਹ ਕੋਸ਼ ਲੱਖ ਕੁ ਰੁਪਏ ਦੇ ਹਿਸਾਬ ਨਾਲ 20 ਕੁ ਸਾਲਾਂ ਵਿੱਚ ਸਮਾਪਤ ਹੋਇਆ ਸੀ। ਇਸ ਕੋਸ਼ ਦੇ ਤਿਆਰ ਕਰਾਉਣ ਵਿੱਚ ਕਈ ਹਿੰਦੂ ਰਾਜਿਆਂ ਤੇ ਯੂਪੀ ਦੀ ਗਵਰਨਮੈਂਟ ਨੇ ਮਾਇਕ ਸਹਾਇਤਾ ਕੀਤੀ ਤੇ ਪ੍ਰਸਿੱਧ ਪੰਡਤਾਂ ਨੇ ਤਿਆਰ ਕੀਤਾ। ਇਸ ਕੋਸ਼ ਦੀ ਪ੍ਰਸਤਾਵਨਾ ਦੇ ਪੰਨੇ 172 ਤੇ ਆਲਮ ਕਵੀ ਦਾ ਕਵਿਤਾ ਕਾਲ 1740 ਤੋਂ 1760 ਬਿਕਰਮੀ ਤੱਕ ਦਾ ਦਿੱਤਾ। ਇਸ ਤੋਂ ਸਹੀ ਹੋਇਆ ਕਿ ਇਸ ਪ੍ਰਸਤਾਵਨਾ ਦੇ ਵਿਦਵਾਨ ਲੇਖਕਾਂ ਨੂੰ ਆਲਮ ਕਵੀ ਦੇ ਰਚਿਤ ਪੁਸਤਕ 1740 ਤੋਂ 1760 ਤੱਕ ਦੇ ਦੇਖਣ ਵਿੱਚ ਆਏ ਹਨ। ਹੁਣ ਵਿਸ਼ੇਸ਼ ਖੋਜ ਇਸ ਪਾਸੇ ਲਿਜਾਂਦੀ ਹੈ ਕਿ ਸੰਸਕ੍ਰਿਤ ਮਾਧਵਾਨਲ ਕਾਮ ਕੰਦਲਾ ਦਾ ਆਲਮ ਨੇ ਕਿਸ ਸਮਤ ਵਿੱਚ ਉਰਥਾ ਕੀਤਾ। ਆਲਮ ਦੀ ਮਾਧਵਾਨਲ ਕਾਮ ਕੰਦਲਾ ਦੇ ਅੰਤ ਵਿੱਚ ਨਾਗਰੀ ਅੱਖਰਾਂ ਵਿੱਚ ਲਿਖਤ ਦੀ ਮਿਲੀ ਇੱਕ ਪੁਰਾਤਨ ਪੋਥੀ ਵਿੱਚ ਉਸ ਦਾ ਸਮਤ ਉਹਨਾਂ ਨੇ ਆਪ ਇੰਝ ਲਿਖਿਆ ਹੈ। ਦੋਹਰਾ ਬੇਦ ਦੀਪ ਮੁਨ ਇੰਦ ਧਰ ਸਵਤਾ ਜੁਵਤ ਗਤਾਨ ਹੰਸ ਵਾਰ ਥਿਤ ਅਸ਼ਟਮੀ ਸ਼ਾਕਾ ਬਿਕਰਮ ਜਾਨ। ਬੇਦ ਦੀਪ ਮੁਨ ਇੰਦ ਧਰ ਸਵਤਾ ਜੁਵਤ ਗਤਾਨ ਹੰਸ ਵਾਰ ਥਿਤ ਅਸ਼ਟਮੀ ਸ਼ਾਕਾ ਬਿਕਰਮ ਜਾਨ। ਅਰਥਾਤ ਸੰਮਤ 1774 ਬਿਕਰਮੀ ਮਹੀਨਾ ਭਾਦਰੋਂ ਦਿਨ ਐਤ ਸੁਦੀ ਪੱਖ ਦੀ ਅਸ਼ਟਮੀ ਸੀ। ਅਸੀਂ ਹੁਣ ਇੱਥੇ ਆਪਣੇ ਕਿ 1712 ਸੰਮਤ ਤੋਂ ਲੈ ਕੇ 1774 ਤੱਕ ਕਵੀ ਆਲਮ ਇਸ ਸੰਸਾਰ ਵਿੱਚ ਸੀ। ਅਰਥਾਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਹੋਣ ਤੋਂ 113 ਸਾਲਾਂ ਪਿੱਛੋਂ ਮਾਧਵਾਨਲ ਕਾਮ ਕੰਦਲਾ ਕਿੱਸਾ ਉਸ ਨੇ ਲਿਖਿਆ ਹੈ। ਸ਼ਿਵ ਛੇ ਸਰੋਜ ਹਿੰਦੀ ਸ਼ਬਦ ਸਾਗਰ ਤੇ ਆਲਮ ਕਵੀ ਦੀ ਆਪਣੀ ਲਿਖਤ ਮਾਧਵਾਨਲ ਕਾਮ ਕੰਦਲਾ ਦੇ ਵਿੱਚ ਦਿੱਤੇ ਸਮਤਾਂ ਤੋਂ ਇਹ ਵੀ ਸਪਸ਼ਟ ਹੋ ਗਿਆ ਕਿ ਆਲਮ ਕਵੀ 10ਵੇਂ ਪਾਤਸ਼ਾਹ ਦੇ ਸਮੇਂ ਹੋਇਆ। ਇਸ ਗੱਲ ਨੂੰ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰੂ ਪ੍ਰਤਾਪ ਸੂਚ ਗ੍ਰੰਥ ਵਿੱਚ ਮੰਨਿਆ ਹੈ। ਇਹੋ ਗੱਲ 100 ਸਾਖੀ ਤੇ ਬਾਬਾ ਸਮੇਰ ਸਿੰਘ ਜੀ ਦੇ ਗੁਰਬਿਲਾਸ ਵਿੱਚ ਵੀ ਇਉਂ ਹੀ ਮੰਨੀ ਗਈ ਹੈ। ਸੋ ਆਲਮ ਦਾ ਸਮਾਂ ਗੁਰੂ ਦਸ਼ਮੇਸ਼ ਜੀ ਦੇ ਸਮੇਂ ਨਾਲ ਟਾਕਰਾ ਖਾਂਦਾ ਇਧਰੋਂ ਵੀ ਸਿੱਧ ਹੋ ਗਿਆ ਤੇ ਉੱਪਰ ਲਿਖੇ ਸਿੱਖ ਇਤਿਹਾਸਕਾਰਾਂ ਨੇ ਆਲਮ ਨੂੰ 10ਵੇਂ ਗੁਰੂ ਜੀ ਦੇ ਦਰਬਾਰ ਆਇਆ ਮੰਨਿਆ ਹੈ। 52 ਕਵੀਆਂ ਵਿੱਚ ਇਸ ਦਾ ਨਾਮ ਵੀ ਦਰਜ ਹੈ। ਹੁਣ ਵਿਚਾਰ ਇੱਥੇ ਸਫਾ ਅਪੜ ਗਈ ਕਿ ਜੋ ਪੋਥੀ ਮਾਧਵਾਨਲ ਦੀ 113 ਸਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤੋਂ ਮਗਰੋਂ ਸੰਸਕ੍ਰਿਤ ਤੋਂ ਉਲਥਾਈ ਗਈ ਉਸ ਦੀ ਦਿੱਤੀ ਰਾਗਮਾਲਾ ਅਸੰਭਵ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 113 ਸਾਲ ਆਪਣੇ ਰਚੇ ਜਾਣ ਤੋਂ ਪਹਿਲਾਂ ਚੜ੍ਹ ਸਕੇ। ਫਿਰ 991 ਹਿਜਰੀ ਵਾਲੀ ਜੋਧ ਵਾਲੀ ਦੀ ਸੰਸਕ੍ਰਿਤ ਕਾਮ ਕੰਦਲਾ ਵਿੱਚ ਰਾਗਮਾਲਾ ਹੈ ਹੀ ਨਹੀਂ। ਇਸ 991 ਹਿਜਰੀ ਅਰਥਾਤ 1640 ਬਿਕਰਮੀ ਤੋਂ ਟਪਲਾ ਮੈਕਾਲਫ ਨੇ ਖਾਧਾ। ਪਰ ਫਿਰ ਵੀ ਭਾਈ ਸੰਤੋਖ ਸਿੰਘ ਤੇ ਮੈਕਾਲਫ ਦੋਵੇਂ ਆਪਣੀ ਹੈਰਾਨੀ ਤੇ ਅਗਿਆਨਤਾ ਆਪ ਜ਼ਾਹਰ ਕਰਦੇ ਹਨ ਕਿ ਪਤਾ ਨਹੀਂ ਲੱਗਦਾ ਕਿ ਕਿਵੇਂ ਇਹ ਪਵਿੱਤਰ ਬੀੜ ਵਿੱਚ ਚੜ੍ਹ ਗਈ, ਕਿਉਂਕਿ ਪਵਿੱਤਰ ਬੀੜ ਵਿੱਚ ਕੋਈ ਵਾਧਾ ਘਾਟਾ ਕਰਨਾ ਕੋਈ ਮਾਮੂਲੀ ਗੱਲ ਨਹੀਂ ਸੀ ਤੇ ਉਹ ਕਿਸੇ ਤਰ੍ਹਾਂ ਛੁਪਿਆ ਨਹੀਂ ਸੀ ਰਹਿ ਸਕਦਾ। ਇਹਨਾਂ ਲੇਖਕਾਂ ਨੂੰ ਜੇ ਪਤਾ ਹੁੰਦਾ ਕਿ 991 ਹਿਜਰੀ 1640 ਬਿਕਰਮੀ ਸੰਮਤ ਸੰਸਕ੍ਰਿਤ ਪੁਸਤਕ ਦਾ ਹੈ, ਆਲਮ ਤਾਂ 1712 ਤੋਂ 1774 ਬਿਕਰਮੀ ਸੰਮਤ ਵਿੱਚ ਹੋਇਆ ਹੈ, ਤਾਂ ਉਹਨਾਂ ਦੀ ਹੈਰਾਨੀ ਦੂਰ ਹੋ ਜਾਂਦੀ ਹੈ। ਜੋ ਕੁਝ ਲਿਖਿਆ ਹੈ ਨਾ ਲਿਖਦੇ। ਫਿਰ ਆਲਮ ਆਪਣੇ ਦਿਵਾਚੇ ਉਥਾਨਕਾ ਵਿੱਚ ਆਪ ਮੰਨਦਾ ਹੈ ਕਿ ਮੈਂ ਸੰਸਕ੍ਰਿਤ ਦਾ ਤਰਜਮਾ ਕੀਤਾ ਹੈ, ਕੁਝ ਪਰਾਈ ਰਚਨਾ ਵੀ ਵਿੱਚ ਪਾਈ ਹੈ, ਕੁਝ ਆਪ ਜੋੜੀ ਹੈ। ਇਸ ਤੋਂ ਵੀ ਸਹੀ ਹੁੰਦਾ ਹੈ ਕਿ ਰਾਗਮਾਲਾ ਉਸ ਨੇ ਪ੍ਰਕ੍ਰਿਤ ਲਈ ਹੈ। ਯਥਾ ਕਿਛ ਆਪਨ ਕਿਛ ਪ੍ਰਕ੍ਰਿਤ ਚੋਰੈ ਯਥਾ ਸ਼ਕਤ ਕੇ ਅੱਖਰ ਜੋਰੇ ਕਥਾ ਸੰਸਕ੍ਰਿਤ ਸੁਨ ਕਛ ਥੋਰੀ ਭਾਖਾ ਬੰਦ ਚੌਪਈ ਜੋਰੀ। ਆਲਮ 10ਵੇਂ ਪਾਤਸ਼ਾਹ ਦੇ ਕਵੀਆਂ ਵਿੱਚ ਹੋਇਆ। ਇਤਿਹਾਸ ਇਸ ਦੀ ਸ਼ਾਖ ਭਰਦੇ ਹਨ। ਰਾਗਮਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਲੀ ਉਸ ਨੇ ਗੁਰੂ ਦਰਬਾਰ ਵਿੱਚ ਕਈ ਵਾਰ ਸੁਣੀ ਹੈ ਹੋਊ।
ਸੋ ਸੱਚ ਦੇ ਨੇੜੇ ਇਹ ਗੱਲ ਜਾਪਦੀ ਹੈ ਕਿ ਉਸ ਨੇ ਇਹ ਸੁਣੀ ਹੋਈ ਗੁਰੂ ਰਾਗਮਾਲਾ ਆਪਣੀ ਰਚਨਾ ਵਿੱਚ ਲਿਖ ਦਿੱਤੀ ਤੇ ਇਸ ਨੂੰ ਆਪ ਮੰਨਿਆ ਕਿ ਮੈਂ ਕੁਝ ਪ੍ਰਾਇਕ੍ਰਿਤ ਲੈ ਕੇ ਆਪਣੀ ਰਚਨਾ ਵਿੱਚ ਸ਼ਾਮਲ ਕੀਤੀ ਹੈ। ਵਿਸਤਾਰ ਲਈ ਦੇਖੋ ਗਿਆਨੀ ਸਾਹਿਬ ਸਿੰਘ ਜੀ ਧਮਧਾਨ ਨਿਵਾਸੀ ਜੀ ਦੀ ਨਵੀਨ ਖੋਜ ਰਾਗਮਾਲਾ ਪ੍ਰਬੋਧ ਅਤੇ ਖਾਲਸਾ ਟਰੈਕਟ ਸੁਸਾਇਟੀ ਦਾ ਗੁਰੂ ਗ੍ਰੰਥ ਖੋਜ ਕੋਸ਼ ਅੰਤਕਾ ਦੂਜਾ। ਰਾਗਮਾਲਾ ਦੇ ਪਦ ਜੋੜ ਹਿਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਣ ਸ਼ੈਲੀ ਅਨੁਸਾਰ ਹਨ। ਸ੍ਰੀ ਕਰਤਾਰਪੁਰ ਵਾਲੀ ਬੀੜ ਵਿੱਚ ਰਾਗਮਾਲਾ ਤੇ ਬਾਕੀ ਸਾਰੀ ਬਾਣੀ ਦੀ ਲਿਖਤ ਇੱਕੋ ਹੱਥ ਦੀ ਹੈ, ਪਰ ਜੋ ਭਾਈ ਗੁਰਦਾਸ ਜੀ ਦੀ ਕਲਮ ਸਹੀ ਹੁੰਦੀ ਹੈ। ਦੂਜਾ ਟਪੜਾ ਮੁੰਦਾਵਣੀ ਦਾ ਅਰਥ ਮੋਹਰ ਛਾਪ ਕਰਨਾ ਹੈ। ਮੁੰਦਾਵਣੀ ਲਫ਼ਜ਼ ਹੁਣ ਤੱਕ ਪੋਠੋਹਾਰੀ ਵਿੱਚ ਬੋਲਦੇ ਹਨ। ਜੰਝ ਵੇਲੇ ਥਾਲ ਬੰਨ੍ਹਣ ਵੇਲੇ ਦੀ ਬੁਝਾਰਤ ਨੂੰ ਮੁੰਦਾਵਣੀ ਕਹਿੰਦੇ ਹਨ। ਜੋ ਬੁੱਝੇ ਬਿਨਾਂ ਜੰਝ ਰੋਟੀ ਨਹੀਂ ਸੀ ਖਾ ਸਕਦੀ। ਸੋਰਠ ਰਾਗ ਵਿੱਚ ਮੁੰਦਾਵਣੀ ਹੈ। ਜੇ ਮੋਹਰ ਛਾਪ ਹੁੰਦੀ ਤਾਂ ਸੋਰਠ ਤੇ ਹੀ ਭੋਗ ਪੈ ਜਾਂਦਾ। ਉੱਥੇ ਮੁੰਦਾਵਣੀ ਹੈ, ਬੁਝਾਰਤ ਹੈ। ਇੱਥੇ ਮੁੰਦਾਵਣੀ ਖੋਲੀ ਹੈ। ਮੁੰਦਾਵਣੀਆਂ ਦੋਹਾਂ ਵਿੱਚ ਹੀ ਥਾਲ ਤੇ ਥਾਲ ਵਿੱਚ ਪਰੋਸੇ ਭਜਨਾਂ ਦਾ ਕਥਨ ਹੈ, ਜਿਸ ਤੋਂ ਸਫੁੱਟ ਹੈ ਕਿ ਇਹ ਮੁੰਦਾਵਣੀ ਜੰਝ ਦੀ ਰੋਟੀ ਵੇਲੇ ਦਾ ਅਲੰਕਾਰ ਵਰਤਿਆ ਹੈ। ਮੁੰਦਾਵਣੀ ਸੰਬੰਧੀ ਵਿਸ਼ੇਸ਼ ਵਿਸਥਾਰ ਲਈ ਦੇਖੋ ਅਗਲਾ ਲੇਖ। ਸੋ ਸਾਬਤ ਹੋ ਗਿਆ ਕਿ ਆਲਮ ਨੇ ਗੁਰੂ ਘਰ ਦਾ ਜਾਣੂ ਹੋਰ ਕਰਕੇ ਇਹ ਰਾਗਮਾਲਾ, ਜੋ ਉਸ ਦੀ ਆਪਣੀ ਕਿਰਤ ਨਹੀਂ ਸੀ, ਆਪਣੇ ਹਿੰਦੀ ਤਰਜਮੇ ਵਿੱਚ ਪਾ ਲਈ ਸੀ। ਹੁਣ ਕੋਈ ਸੰਸਾ ਬਾਕੀ ਨਹੀਂ। ਰਾਗਮਾਲਾ ਗੁਰੂ ਕ੍ਰਿਤ ਹੈ। ਆਲਮ ਪ੍ਰਾਈ ਕਿਰਤ ਲੈ ਕੇ ਵਰਤਣ ਵਾਲਾ ਹੈ, ਆਪ ਰਚਨਹਾਰ ਨਹੀਂ। ਡਾਕਟਰ ਬਲਬੀਰ ਸਿੰਘ ਜੀ PhD ਲੰਡਨ ਨੇ ਅੰਗਰੇਜ਼ੀ ਵਿੱਚ ਇੱਕ ਭਾਰੀ ਇਤਿਹਾਸਕ ਖੋਜ ਕਰਕੇ ਕਿਤਾਬ ਲਿਖੀ, ਮਾਧਵਾਨਲ ਕਾਮ ਕੰਦਲਾ ਰਚਿਤ। ਇਸ ਵਿੱਚ ਮਾਧਵਾਨਲ ਦੀ ਆਲਮਕ੍ਰਿਤ ਹਿੰਦੀ ਰਚਨਾ ਨੂੰ ਜੋਧ ਕਵੀ ਸੰਸਕ੍ਰਿਤ ਰਚਨਾ ਦੇ ਬਿਲ ਮੁਤਾਬਕ ਫੁੱਟ ਨੋਟਾਂ ਵਿੱਚ ਦੇ ਕੇ ਉਸ ਦਾ ਤਰਜਮਾ ਸਾਬਤ ਕੀਤਾ ਹੈ ਤੇ ਦੱਸਿਆ ਹੈ ਕਿ ਉਸ ਸੰਸਕ੍ਰਿਤ ਅਸਲ ਵਿੱਚ ਕੋਈ ਰਾਗਮਾਲਾ ਨਹੀਂ ਹੈ। ਮੁੰਦਾਵਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੁੰਦਾਵਣੀ ਰਾਗਮਾਲਾ ਤੋਂ ਪਹਿਲੋਂ ਇੱਕ ਸ਼ਲੋਕ ਹੈ ਤੇ ਸ਼ਲੋਕ ਤੋਂ ਪਹਿਲੋਂ ਮੁੰਦਾਵਣੀ ਦਾ ਸ਼ਲੋਕ ਹੈ। ਮੁੰਦਾਵਣੀ ਦਾ ਵੇਰਵਾ ਆਪਣੇ ਕੋਸ਼ ਵਿੱਚ ਇਸ ਪ੍ਰਕਾਰ ਲਿਖ ਆਏ ਹਾਂ। ਮੁੰਦਾਵਣੀ। ਮੁਦਾਵਣੀ ਮੁਦਰਾ ਭੇਦ ਦੀ ਗੱਲ। ਸਾਹਿਤ ਵਿੱਚ ਐਸੀ ਰਚਨਾ ਜਿਸ ਦੇ ਪ੍ਰਗਟ ਅਰਥ ਦੇ ਸਿਵਾ ਕੋਈ ਹੋਰ ਅਰਥ ਜਾਂ ਸਾਰਥਕ ਪਦ ਵੀ ਬਣ ਜਾਵੇ। ਧਾਤੂ ਹੈ ਮੁਦਰ, ਪ੍ਰਸੰਨ ਕਰਨਾ। ਪੰਜਾਬੀ ਮੁੰਦਾਵਣੀ, ਜਿਸ ਦਾ ਭਾਵ ਜਾਂ ਅਰਥ ਮੁੰਦਕ, ਬੰਦ ਕਰਕੇ ਜਾਂ ਲੁਕਾ ਰੱਖਿਆ ਹੋਵੇ। ਯਥਾ ਗੁਰਵਾਕ, ਇਹ ਮੁਦਾਵਣੀ ਸਤਿਗੁਰੂ ਭਾਈ ਗੁਰਸਿੱਖਾਂ ਲੱਧੀ ਭਾਲ। ਅਰਥਾਤ ਮੁੰਦਾਵਣੀ ਕੋਈ ਗੁਪਤ ਅਭਿਪਰਾਇ ਦੀ ਵਸਤੂ ਹੈ ਜੋ ਭਾਲ ਨਾਲ ਲੱਭਣ ਵਾਲੀ ਹੈ। ਬੁਝਾਰਤ ਅੜਾਉਣੀ, ਕੋਈ ਐਸੀ ਗੱਲ ਜੋ ਕੋਈ ਛੇਤੀ ਨਾਲ ਨਾ ਸਮਝ ਸਕੇ। ਮੁੰਦਾਵਣੀ ਦੇ ਦੋ ਸ਼ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹਨ। ਇੱਕ ਸੋਰਠ ਦੀ ਵਾਰ ਵਿੱਚ ਤੀਸਰੀ ਪਾਤਸ਼ਾਹੀ ਦਾ ਹੈ ਤੇ ਦੂਸਰਾ ਸ਼ਲੋਕ ਪੰਜਵੀਂ ਪਾਤਸ਼ਾਹੀ ਜੀ ਦਾ ਅੰਤਪੁਰ ਰਾਗਮਾਲਾ ਤੇ ਸ਼ਲੋਕ ਮਹੱਲਾ ਪੰਜਵਾਂ ਤੋਂ ਮੂਹਰੇ ਹੈ। ਸੋਰਠ ਦੀ ਵਾਰ ਵਿੱਚ ਦੇ ਸ਼ਲੋਕ ਦਾ ਪਾਠ ਹੈ। ਸ਼ਲੋਕ ਮਹੱਲਾ ਤੀਜਾ। ਥਾਲੇ ਵਿੱਚ ਤ੍ਰੈ ਵਸਤੂ ਪਈਓ, ਹਰਿ ਅੰਮ੍ਰਿਤ ਭੋਜਨ, ਹਰ ਭੋਜਨ ਅੰਮ੍ਰਿਤ ਸਾਰ। ਥਾਲੇ ਵਿੱਚ ਤ੍ਰੈ ਵਸਤੂ ਪਈਓ, ਹਰ ਭੋਜਨ ਅੰਮ੍ਰਿਤ ਸਾਰ। ਜਿਤ ਖਾਧੈ ਮਨ ਤ੍ਰਿਪਤੀਐ, ਪਾਈਐ ਮੋਖ ਦੁਆਰ। ਇਹ ਭੋਜਨ ਅਲੱਭ ਹੈ ਸੰਤੋ, ਲੱਭੈ ਗੁਰ ਵਿਚਾਰ। ਇਹ ਮੁਦਾਵਣੀ ਕਿਉਂ ਵਿੱਚੋਂ ਕੱਢੀਐ, ਸਦਾ ਰੱਖੀਐ ਉਰਧਾਰ। ਇਹ ਮੁਦਾਵਣੀ ਸਤਿਗੁਰ ਪਾਈ,
ਗੁਰ ਸਿੱਖਾਂ ਲੱਦੀ ਭਾਲ, ਨਾਨਕ ਜਿਸ ਬੁਝਾਏ ਸੋ ਬੁਝਸੀ, ਹਰ ਪਾਇਆ ਗੁਰਮੁਖ ਕਾਲ। ਅਰਥਾਤ ਗੁਰਮੁਖ ਦੇ ਹਿਰਦੇ ਰੂਪੀ ਥਾਲ ਵਿੱਚ ਗੁਰੂ ਵੱਲੋਂ ਤ੍ਰੈ ਵਸਤਾਂ ਪਰੋਸੀਆਂ ਗਈਆਂ ਹਨ, ਜੋ ਸੰਸਾਰਕ ਭੋਜਨ ਨਹੀਂ ਪਰ ਹਰੀ ਭੋਜਨ, ਈਸ਼ਵਰਿਕ ਭੋਜਨ, ਰੂਹਾਨੀ ਖੁਰਾਕ ਹਨ ਤੇ ਸਵਾਦ ਵਿੱਚ ਅੰਮ੍ਰਿਤ ਤੋਂ ਵੀ ਸ੍ਰੇਸ਼ਟ ਹਨ। ਜਿਸ ਭੋਜਨ ਦੇ ਖਾਧਿਆਂ ਮਨ ਤ੍ਰਿਪਤ ਹੁੰਦਾ ਹੈ ਤੇ ਮੁਕਤੀ ਦਾ ਦੁਆਰ ਪ੍ਰਾਪਤ ਕਰ ਲਈਦਾ ਹੈ। ਤੇ ਇਹ ਸੰਤ, ਇਹ ਭੋਜਨ ਹੋਰ ਤਰੀਕਿਆਂ ਨਾਲ ਨਹੀਂ ਲੱਭਦਾ, ਇਹ ਗੁਰੂ ਦੀ ਬਖਸ਼ੀ ਵਿਚਾਰ ਨਾਲ ਲੱਭਦਾ ਹੈ। ਪਹਿਲੀਆਂ ਇਹਨਾਂ ਤ੍ਰੈ ਤੁਕਾਂ ਵਿੱਚ ਪਤਾ ਨਹੀਂ ਲੱਗਦਾ ਕਿ ਤ੍ਰੈ ਵਸਤਾਂ ਕੀ ਹਨ। ਮਾਨੋ ਇਹ ਵਾਕ ਅਜੇ ਇੱਕ ਬੁਝਾਰਤ ਹੈ। ਇਸ ਲਈ ਆਪ ਹੀ ਫਰਮਾਉਂਦੇ ਹਨ, ਇਹ ਬੁਝਾਰਤ ਤਾਂ ਹੈ, ਪਰ ਇਸ ਨੂੰ ਵਿੱਚੋਂ ਕਿਉਂ ਕੱਢੀਏ, ਇਸ ਨੂੰ ਸਦਾ ਦਿਲ ਨਾਲ ਧਾਰਨ ਕਰੀਏ। ਇਹ ਬੁਝਾਰਤ ਸਤਿਗੁਰੂ ਨੇ ਆਪ ਪਾਈ ਹੈ ਤੇ ਗੁਰੂ ਕੇ ਸਿੱਖਾਂ ਨੇ ਭਾਲ ਕੇ ਲੱਭ ਲਈ ਹੈ। ਗੁਰਮੁਖਾਂ ਨੇ ਘਾਲ ਕਰਕੇ ਹਰੀ ਨੂੰ ਪਾਇਆ ਹੈ, ਤਾਂ ਤੇ ਜਿਸ ਨੂੰ ਵਾਹਿਗੁਰੂ ਬੁਝਾਏਗਾ ਉਹੀ ਇਸ ਬੁਝਾਰਤ ਨੂੰ ਬੁਝੇਗਾ। ਸੋ ਅੰਤ ਤੱਕ ਇਸ ਸ਼ਲੋਕ ਵਿੱਚ ਬੁਝਾਰਤ ਨਿਭੀ ਹੈ। ਇਸ ਸ਼ਲੋਕ ਵਿੱਚ ਗੁਰੂ ਜੀ ਨੇ ਇੱਕ ਈਸ਼ਵਰ ਪ੍ਰਾਪਤੀ ਦੇ ਸਾਰ ਸਿਧਾਂਤ ਦਾ ਇਸ਼ਾਰਾ ਦਿੱਤਾ ਹੈ, ਜੋ ਘਾਲ ਕਰਨ ਵਾਲੇ ਗੁਰਸਿੱਖਾਂ ਤੇ ਖੁੱਲ੍ਹ ਜਾਂਦਾ ਹੈ। ਇਸ ਸ਼ਲੋਕ ਵਿੱਚ ਖੁੱਲਿਆ ਨਹੀਂ। ਗੁਰਸਿੱਖੀ ਦੀ ਚੋਟੀ ਤੇ ਖੜੇ ਗੁਰੂ ਅਰਜਨ ਦੇਵ ਜੀ ਨੂੰ ਇਹ ਪਤਾ ਲੱਗਣਾ ਹੀ ਸੀ। ਗੁਰਿਆਈ ਦੇ ਤਖਤ ਤੇ ਬੈਠੇ ਗੁਰੂ ਅਰਜਨ ਦੇਵ ਜੀ ਨੇ ਇਸ ਬੁਝਾਰਤ ਨੂੰ ਖੋਲ੍ਹਿਆ, ਜੋ ਖੁੱਲ੍ਹ ਗਈ ਹੈ, ਬੁਝਾਰਤ ਨਹੀਂ ਰਹੀ। ਪਦਾਰਥ ਵੀ ਤ੍ਰੈ ਦੱਸ ਦਿੱਤੇ ਹਨ। ਸੋ ਦੂਸਰਾ ਸ਼ਲੋਕ ਪੰਜਵੇਂ ਸਤਿਗੁਰਾਂ ਦਾ ਇਸ ਬੁਝਾਰਤ ਦੀ ਖੁੱਲ੍ਹ ਹੈ, ਇਸ ਦਾ ਹੱਲ ਹੈ। ਇਸੇ ਕਰਕੇ ਉਸ ਦਾ ਸਿਰਲੇਖ ਵੀ ਮੁੰਦਾਵਣੀ ਹੈ। ਇਹ ਮੁੰਦਾਵਣੀ ਸਮਝਣ ਵਿੱਚ ਫੇਰ ਬੁਝਾਰਤ ਵੀ ਹੈ, ਜੋ ਥੋੜ੍ਹੀ ਜਿਹੀ ਵਿਚਾਰ ਨਾਲ ਖੁੱਲ੍ਹ ਜਾਂਦੀ ਹੈ। ਇਹ ਬੁਝਾਰਤ ਵੀ ਹੈ ਤੇ ਬੁਝਾਰਤ ਦੀ ਖੁੱਲ੍ਹ ਵੀ ਹੈ। ਪਾਠ ਹੈ ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾकुर का पयो, जिसका सबसे आधारो, जे को खावे जे को पुंचै, तिसका होए उधारो, एह वस्त तजी न जाई, नित नित रख उरधारो, तम संसार चरण लग तरियै, सब नानक ब्रह्म पसारो। ਥਾਲ ਵਿੱਚ ਤ੍ਰੈ ਵਸਤਾਂ ਪਈਆਂ ਹਨ। ਪਹਿਲੀ ਸਤ, ਦੂਜੀ ਸੰਤੋਖ, ਤੀਜੀ ਵਿਚਾਰ। ਅੰਮ੍ਰਿਤ ਨਾਮ ਠਾकुर का। ਇਸ ਮੁੰਦਾਵਣੀ ਵਿੱਚ ਤ੍ਰੈ ਵਸਤਾਂ ਗਿਣ ਦਿੱਤੀਆਂ, ਬੁਝਾਰਤ ਖੁੱਲ੍ਹ ਗਈ, ਪਰ ਵਸਤਾਂ ਚਾਰ ਦੱਸੀਆਂ, ਚੌਹਾਂ ਨੂੰ ਤਿੰਨ ਸਮਝ ਸਕਣਾ, ਇਹ ਫੇਰ ਮੁੰਦਾਵਣੀ ਖੋਲ੍ਹਣੀ ਹੈ। ਪਹਿਲਾ ਸਤ, ਦੂਜਾ ਸੰਤੋਖ, ਤੀਜਾ ਅੰਮ੍ਰਿਤ ਨਾਮ ਠਾकुर का। ਤੇ ਵਿਚਾਰੋ, ਇੱਥੇ ਸੰਗਿਆ ਪਦ ਨਹੀਂ, ਕਿਰਿਆ ਹੁਕਮ ਹੈ ਕਿ ਵਿਚਾਰ ਲਓ। ਇਹ ਸੰਤੋ, ਤ੍ਰੈ ਵਸਤਾਂ ਥਾਲ ਵਿੱਚ ਪਈਆਂ ਹਨ, ਸਤ, ਸੰਤੋਖ ਤੇ ਅੰਮ੍ਰਿਤ ਨਾਮ। ਇਸ ਨੂੰ ਖੋਲ੍ਹਣ ਵਾਲੀ ਕੁੰਜੀ ਵਿਚਾਰ ਪਦ ਵਿੱਚ ਹੈ। ਜੇ ਤੁਸੀਂ ਵਿਚਾਰ ਕਰੋਗੇ ਤਾਂ ਮੁੰਦਾਵਣੀ ਖੁੱਲ੍ਹ ਗਈ ਹੈ। ਉਹ ਇਉਂ ਕਿ ਪਦਾਰਥ ਤ੍ਰੈ ਇਹ ਹਨ, ਸਤ, ਸੰਤੋਖ ਤੇ ਅੰਮ੍ਰਿਤ ਨਾਮ ਠਾकुर का। ਤੇ ਵਿਚਾਰੋ ਕਿਰਿਆ ਪਦ ਹੈ, ਸੰਗਿਆ ਨਹੀਂ ਹੈ। ਵਿਚਾਰੋ ਦਾ ਅਰਥ ਹੈ ਵਿਚਾਰ ਕਰੋ। ਜਿਸ ਤਰ੍ਹਾਂ ਪਹਿਲੀ ਮੁੰਦਾਵਣੀ ਵਿੱਚ ਕਿਹਾ ਸੀ, ਸੰਤੋਹ ਲੱਭੈ ਗੁਰ ਵਿਚਾਰ, ਉਸੇ ਤਰ੍ਹਾਂ ਹੁਣ ਕਿਹਾ ਹੈ ਕਿ ਵਿਚਾਰ ਕਰੋ। ਇਹ ਸੰਤੋ, ਤ੍ਰੈ ਵਸਤਾਂ ਹਨ, ਸਤ, ਸੰਤੋਖ, ਨਾਮ। ਪਹਿਲੀ ਵਿੱਚ ਵੀ ਫਲ ਮੋਖ ਦੁਆਰ ਕਿਹਾ ਸੀ, ਇਸ ਵਿੱਚ ਵੀ ਹੋਏ ਉਧਾਰੋ ਫਲ ਦੱਸਿਆ ਹੈ। ਪਹਿਲੀ ਤੁਕ ਵਿੱਚ ਪਈਓ ਸਤ ਤੇ ਸੰਤੋਖ ਦੋਹਾਂ ਦੀ ਕਿਰਿਆ, ਦੂਸਰੀ ਵਿੱਚ ਪਇਓ ਅੰਮ੍ਰਿਤ ਨਾਮ ਦੀ ਕਿਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 34 ਭਾਈ ਬੰਨੋ ਦੀ ਬੀੜ। ਕਹਿੰਦੇ ਹਨ ਕਿ ਮਾਂਗਟਾਂ ਦੇ ਭਾਈ ਬੰਨੋ ਨੂੰ ਪਵਿੱਤਰ ਆਦ ਬੀੜ
ਜਿਲਦ ਬਣਾਉਣ ਲਈ ਦਿੱਤੀ ਤੇ ਕਿਹਾ ਕਿ ਇੱਕੋ ਰਾਤ ਲਾਹੌਰ ਰਹਿਣਾ, ਜਲਦੀ ਜਲਦੀ ਬਣਾ ਕੇ ਲੈ ਆਣਾ। ਭਾਈ ਨੇ ਰਸਤੇ ਵਿੱਚ ਕਈ ਲਿਖਾਰੀ ਲਾ ਕੇ ਉਤਾਰਾ ਕਰਵਾ ਲਿਆ। ਲਾਹੌਰੋਂ ਇੱਕੋ ਰਾਤ ਜਿਲਦ ਬਣਵਾ ਕੇ ਮੁੜ ਆਇਆ। ਇਸ ਪ੍ਰੇਮੀ ਨੇ ਆਪਣੀ ਉਤਾਰਾ ਕੀਤੀ ਬੀੜ ਵਿੱਚ ਹੋਰ ਬਾਣੀ ਚਾੜ ਲਈ ਜੋ ਗੁਰੂ ਜੀ ਨੇ ਨਹੀਂ ਚਾੜੀ ਸੀ। ਦੂਜੀ ਇਹ ਗੱਲ ਕਹਿੰਦੇ ਹਨ ਕਿ ਭਾਈ ਬੰਨੋ ਗੁਰੂ ਜੀ ਤੋਂ ਆਗਿਆ ਲੈ ਕੇ ਪਾਵਨ ਆਦ ਬੀੜ ਦੇ ਸੰਗਤਾਂ ਨੂੰ ਦਰਸ਼ਨ ਕਰਾਉਣ ਲਈ ਮਾਂਗਟ ਲੈ ਗਿਆ ਸੀ। ਹੁਕਮ ਉੱਥੇ ਇੱਕੋ ਰਾਤ ਠਹਿਰਨ ਦਾ ਸੀ, ਸੋ ਪੂਰਾ ਕੀਤਾ, ਪਰ ਜਾਂਦੇ ਆਉਂਦੇ ਰਸਤੇ ਵਿੱਚ ਉਤਾਰਾ ਕਰਾ ਲਿਆ। ਗੱਲ ਇਵੇਂ ਹੋਈ ਹੋਵੇ ਜਾਂ ਹੋਰ ਤਰ੍ਹਾਂ, ਸਤਿਗੁਰੂ ਜੀ ਨੇ ਇਸ ਬੀੜ ਨੂੰ ਖਾਰੀ ਬੀੜ ਆਖਿਆ। ਬਹੁਤੇ ਲਿਖਤੀ ਉਤਾਰੇ ਇਸੇ ਬੀੜ ਦੇ ਹੀ ਮਿਲਦੇ ਹਨ, ਕਿਉਂਕਿ ਗੁਰੂ ਹਰਗੋਬਿੰਦ ਜੀ ਦੇ ਸਮੇਂ ਅਸਲੀ ਆਦ ਬੀੜ ਕਰਤਾਰਪੁਰ ਧੀਰ ਮੱਲੀਆਂ ਪਾਸ ਚਲੀ ਗਈ ਸੀ ਤੇ ਉਹ ਉਤਾਰਾ ਨਹੀਂ ਸਨ ਕਰਨ ਦਿੰਦੇ, ਪਰ ਭਾਈ ਬੰਨੋ ਕੇ ਉਤਾਰੇ ਖੁੱਲੇ ਕਰਨ ਦਿੰਦੇ ਸੀ। 10ਵੇਂ ਪਾਤਸ਼ਾਹ ਨੇ ਦਮਦਮੇ ਬੈਠ ਕੇ 9 ਮਹੀਨੇ 9 ਦਿਨਾਂ ਵਿੱਚ ਕਰਤਾਰਪੁਰ ਵਾਲੀ ਬੀੜ ਦਾ ਹੀ ਪਾਠ ਲੀਤਾ। ਫਿਰ 9ਵੇਂ ਪਾਤਸ਼ਾਹ ਦੀ ਬਾਣੀ ਚਾੜੀ, ਸੋ ਪੁਰਖ ਤੇ ਉਸ ਦੇ ਨਾਲ 3 ਸ਼ਬਦ ਹੋਰ ਰਹਿ ਰਾਸ ਵਿੱਚ ਪਾਏ ਤੇ ਲਿਖਿਆ ਹੈ ਕਿਸ ਕਿਸ ਥਾਂ ਥੋੜਾ ਫਰਕ ਪਾਠ ਦਾ ਵੀ ਕੀਤਾ। ਇਹ ਉਹਨਾਂ ਦੀ ਮੁਕੰਮਲ ਕੀਤੀ ਬੀੜ ਅੰਤਮ ਰੂਪ ਹੈ। ਇਸ ਦੇ 4 ਉਤਾਰੇ ਬਾਬਾ ਦੀਪ ਸਿੰਘ ਜੀ ਨੇ ਕੀਤੇ, ਤਖਤ ਸਾਹਿਬਾਂ ਤੇ ਘੱਲੇ ਤਾਂ ਕਿ ਅੱਗੋਂ ਇਸੇ ਬੀੜ ਦਾ ਸਿੱਖੀ ਵਿੱਚ ਪ੍ਰਚਾਰ ਹੋਵੇ। ਇਹੋ ਫੇਰ ਲਿਖੇ ਗਏ ਤੇ ਅੱਜ ਤੱਕ ਛਪਦੇ ਆਏ। ਇਸੇ ਬੀੜ ਨੂੰ 10ਵੇਂ ਗ੍ਰੰਥ ਨੇ ਗੱਦੀ ਦਿੱਤੀ ਤੇ ਗੁਰੂ ਥਾਪਿਆ। ਇਹ ਗੁਰੂ ਗ੍ਰੰਥ ਸਾਹਿਬ ਹੁਣ ਸਿੱਖ ਪੰਥ ਦਾ ਗੁਰੂ ਹੈ, ਇਸ਼ਟ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 35। ਪਰਮ ਪਾਵਨ, ਪਰਮ ਉਪਕਾਰੀ, ਪਰਮ ਪਵਿੱਤਰ ਬੀੜ ਸਾਹਿਬ ਦੀ ਸਥਾਪਨਾ। ਇਸ ਜਗਤ ਤਾਰਕ ਪਾਵਨ ਬੀੜ ਦੀ ਤਿਆਰੀ ਤੇ ਕਿਤਨਾ ਵਕਤ ਲੱਗਾ, ਲਿਖਿਆ ਵੇਰਵਾ ਨਹੀਂ ਮਿਲਦਾ, ਪਰ ਇਸ ਪਵਿੱਤਰ ਕਾਰਜ ਦੀ ਸਮਾਪਤੀ ਭਾਦਰੋਂ ਵਦੀ ਪਹਿਲੀ ਏਕਮ ਸੰਮਤ 1661 ਬਿਕਰਮੀ ਨੂੰ ਹੋਈ। ਇਹ ਨਿਸ਼ਚਿਤ ਹੈ। ਵਕਤ ਲੱਗਾ ਤੇ ਚੋਖਾ ਲੱਗਾ ਸਹੀ ਹੁੰਦਾ ਹੈ। ਜਦੋਂ ਇਹ ਕਾਰਜ ਸਿਰੇ ਚੜ ਗਿਆ, ਬੜੀਆਂ ਖੁਸ਼ੀਆਂ ਤੇ ਮੰਗਲ ਹੋਏ। ਨਗਰੀ ਦੇ ਲੋਕ ਤੇ ਬਾਹਰੋਂ ਆਈਆਂ ਸੰਗਤਾਂ ਨੂੰ ਸ੍ਰੀ ਬਾਬਾ ਬੁੱਢਾ ਜੀ ਨੇ ਦੱਸ ਦਿੱਤਾ ਕਿ ਮਹਾਨ ਕਾਰਜ ਹੋ ਗਿਆ ਹੈ ਤੇ ਕੱਲ ਰਾਮਸਰ ਉਤਸਵ ਹੈ। ਸੰਗਤਾਂ ਸੁਣ ਕੇ ਸਭ ਆਣ ਜੁੜੀਆਂ। ਜੋ ਆਉਂਦਾ ਹੈ ਫੁੱਲਾਂ ਦੇ ਸਿਹਰੇ ਤੇ ਕੁਛ ਨਾ ਕੁਛ ਪ੍ਰਸਾਦ ਵਜੋਂ ਲਿਆਉਂਦਾ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਹਨ, ਪੁਨ ਸਿਰ ਗੁਰ ਬੈਠ ਦੀਵਾਨ ਲਗੈ, ਗਨ ਸਿੱਖ ਪਖੈ ਮਨ ਪ੍ਰੇਮ ਪਗਿਓ, ਸਭ ਬੀਚ ਸੁਹਾਵਤ ਗ੍ਰੰਥ ਧਰਿਓ, ਕਰ ਸੇਵਕ ਸੁੰਦਰ ਚੌਰ ਫਰਿਓ, ਲਗ ਢੇਰ ਪ੍ਰਸਾਦ ਗਇਓ ਜਿਸ ਗਇਓ ਸੋ ਤਹਾਂ, ਬਹੁ ਲਿਆਵਤ ਸਿੱਖ ਆਨੰਦ ਮਹਾ, ਸ਼ੁਭ ਫੂਲਨ ਮਾਲ ਵਿਸਾਲ ਕਰੇ, ਬਹੁ ਰੰਗਨ ਕੇ ਵਿੱਚ ਗੁਫ ਤਰੇ, ਗੁਰ ਸ੍ਰੀ ਗੁਰੂ ਕੈ ਸਿੱਖ ਪ੍ਰਾਪ ਪਾਵਤ ਹੈ, ਬਹੁ ਭਾਂਤਨ ਫੂਲ ਚੜਾਵਤ ਹੈ, ਸ਼ੁਭ ਮਾਲ ਸੋ ਫੂਲ ਵਿਸਾਲ ਲਏ, ਗੁਰ ਗ੍ਰੰਥ ਸਮੀਪ ਚੜਾਏ ਦਏ, ਬਹੁ ਧੂਪ ਸੁਆਗ ਤੁਖਾਵਤ ਹੈ, ਕਸ ਚੰਦਨ ਕੇ ਸਿਰ ਪਾਵਤ ਹੈ, ਚਰਚੈ ਅਰਚੈ ਸਿੱਖ ਪ੍ਰੀਤ ਧਰੈ, ਗਨ ਸੰਖ ਬਜਾਵਤ ਫੂਕ ਭਰੈ, ਅਰਦਾਸ ਪ੍ਰਸਾਦਨ ਬ੍ਰਿੰਦ ਕਰੈ, ਜੈਕਾਰ ਸਭੈ ਇੱਕ ਬਾਰ ਰਰੈ, ਕਰ ਧਾਰ ਰਬਾਬ ਸਤਾਰ ਬਜੈ, ਸਬਦਾਨ ਸੋ ਗਾਏ ਸੋ ਰਾਗ ਸਜੈ। ਕਵੀ ਜੀ ਲਿਖਦੇ ਹਨ ਕਿ ਸ੍ਰੀ ਗੁਰੂ ਜੀ ਨੇ ਰਾਮਸਰ ਬੈਠਿਆਂ ਇੱਕ ਦਿਨ ਭਰੇ ਦੀਵਾਨ ਵਿੱਚ ਇਹ ਵਾਕ ਉਚਾਰੇ, ਗ੍ਰੰਥ ਜਹਾਜ ਸੋ ਭੈ ਜਲ ਕੋ, ਤਰ ਜਾਤ ਸਖੈਨ ਜਿਨੀ ਚਿਤ ਲਾਇਓ, ਸਿਰ ਗੁਰ ਕੇਰ ਸਰੀਰ ਜੋ ਸਭ, ਤਾਨ ਸਭੈ ਸਭ ਨਾਂ ਦਰਸੈ ਹੈ, ਗ੍ਰੰਥ ਰਿਦਾ ਗੁਰ ਕੋ ਏ ਜਾਨੋ, उत्तम है सब काल रहे हैं, मेरे स्वरूप ते जाते हैं, दीर्घ साहिब जान अदायब के हैं, पूजो चंदन केसर को कस, तोप दिखाए कै फूल चढ़े हैं, जो लिख ले भले तब सुध,
अखर सो लग ही चुकसाई। पाठ समस्त करे बुध सो पिख, पूर्व को सम लेह बनाई। आप ते काट न बाध करे, जे करो होए मूर्ख सो पछताई। और बनाए नवैनो लिखो बिच, काबे रचै सो रुचै पिरथकाई। 14 लोक ते होए बली बल, को जर जाए हृदय मह जोई। सो उपकार के कारण को सर, दे दोए सम्मुख तीर तरोई। अपनी बानी चढ़ावे सो एक, होए इसो मैं नह दूसर कोई। होए इसो नह दूसर कोई। पूजै जो इच्छतार सो पूजै, श्रेय लह जम पीर न होई। वेद पुराण महान महात्म, जाहे बखान करे समुदाय। अंत न पावत शेष न शारद, नेत ही नेत अशेष बताए। जो सर्वोत्तम सो सर्वाश्रय, ताही के नाम इसी में गाए। नाम सो नामी को भेद नहीं, ए मूर्त श्री करतार सुहाए। जेत ग्रंथ अदाय बराखे, ते तक ही फल पावे गो। तूप तुखाए कसाय सो कसाय के चंदन, केसर को अर्चावे गो। भावनी तार के चाहे उमाहत, देवस प्रति दर्शावे गो। पाठ करे के सुने मन एक है, हे उपदेश बसावे गो। देख थी कर जोर दो मन, नम्र है शीस निभावे गो। और नको उपदेश करे, लिख आप इसे के लिखावे गए। प्रेम करे कर में अस्तापे, पाठ सुने हर खावे गो। सो जग बंधन छेदन कै नर, अंत गति शुभ पावे गो। कार्य होए संपूर्ण बांछत, पाठ करे के करावे गो। भोग परे करवावे तिहावल तिहावल, आप करो होए जावो गो। हाथ को जोर करे अरदास, मनोरथ को मन ल्यावे गो। कयान कहो ते पूर्ण हवै हित, कयान कहो ते पूर्ण हवै चित। चाहत सो नर पावे गए, सिख शरीर तजै तिस पीछे। ग्रंथ को पाठ करावे गए, पोषिश को अर्पै तब पाठक। भोजन चार खुलावे गो, और जथा शक्ति तह सेवै। ले आए कराहो बरतावे गो। सो सिख होए सुखैन महा, परलोक बिखे हर खावे गो। और कहाँ लग से जग कारज, पाठ करे सिद्ध होवेंगे। संत महंत चाहे नहीं पठ, प्रेम करे प्रभ जोवेंगे। देवस निशा सिमरै सतनाम के, ग्रंथ पठै अग खोवेंगे। अंत समय जम को न पिखै मिल, आए हमें जो अलोवेंगे। ਹੁਣ ਵਿਚਾਰ ਇਹ ਤੁਰੀ ਕਿ ਕਲਯੁਗ ਦੇ ਬੋਹਿਤ ਸ੍ਰੀ ਪਾਵਨ ਸ਼ਬਦਾਵਤਾਰ ਗੁਰਬਾਣੀ ਸੰਗ੍ਰਹਿ ਦਾ ਨਿਵਾਸ ਕਿੱਥੇ ਹੋਵੇ। ਸੋ ਸਭ ਤੋਂ ਸ੍ਰੇਸ਼ਟ ਸਥਾਨ ਸ੍ਰੀ ਹਰਿਮੰਦਰ ਵਿਚਾਰਿਆ ਗਿਆ। ਗ੍ਰੰਥੀ ਦੀ ਸੇਵਾ ਲਈ ਪਰਮਯੋਗ ਹਸਤੀ ਸ੍ਰੀ ਬਾਬਾ ਬੁੱਢਾ ਜੀ ਵਿਚਾਰੇ ਗਏ। ਸਤਿਗੁਰੂ ਜੀ ਦੀ ਇਸ ਵਿਚਾਰ ਨਾਲ ਸਾਰੇ ਮੁਖੀ ਸਿੱਖ ਸਹਿਮਤ ਸਨ। ਸੋ ਇੱਕ ਦਿਨ ਸਵੇਰੇ ਪਹਿਰ ਰਾਤ ਗਈ, ਰਾਮਸਰ ਗਏ। ਆਪ ਸ੍ਰੀ ਗੁਰੂ ਜੀ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਆਦਿ ਸਾਰਿਆਂ ਨੇ ਇਸ਼ਨਾਨ ਕੀਤਾ। ਫਿਰ ਵੱਡੀ ਬੇਰ ਹੇਠ ਧਿਆਨ ਮਗਨ ਬੈਠ ਗਏ, ਜਿਸ ਨੂੰ ਕਵੀ ਜੀ ਨੇ ਇਉਂ ਆਪਣੀ ਸੁੰਦਰਤਾ ਵਿੱਚ ਵਰਣਨ ਕਰਦੇ ਹਨ। ਇਮ ਵਿਚਾਰ ਕਰਨ ਨਿੰਦਰਾ ਪਾਈ, ਜਾਗੇ ਜਾਮਨ ਜਾਮ ਸਰਹਾਈ। ਬੁੱਢਾ ਪਨ ਗੁਰਦਾਸ ਸੋ ਜਾਗੇ, ਸ੍ਰੀ ਗੁਰ ਚਰਨ ਪ੍ਰੇਮ ਮੈਂ ਪਾਗੇ। ਸੋਚ ਰਾਮ ਸਰ ਕੀਨ ਸਨਾਨਾ, ਬਦਰੀ ਤਾਰ ਬੈਠੇ ਕਰ ਧਿਆਨਾ। ਦ્વੈ ਖਟਕਾ ਲਖ ਅੰਮ੍ਰਿਤ ਕਾਲਾ, ਸ੍ਰੀ ਅਰਜਨ ਬਚ ਕਹੈ ਰਸਾਲਾ। ਬੁੱਢਾ ਨਿਜ ਸਿਰ ਪਰ ਧਰ ਗ੍ਰੰਥ, ਆਗੇ ਚਲੋ ਸੁਦਾਸਰ ਪੰਥ। ਮਾਨ ਬਾਕ ਤੇ ਭਇਓ ਅਗਾਰੇ, ਚਮਰ ਗੁਰੂ ਅਰਜਨ ਕਰ ਧਾਰੇ। ਸੰਖ ਅਨਕ ਲਗ ਧੁੰਦਬ ਬਾਜੇ, ਜੈ ਜੈਕਾਰ ਊਚ ਸੁਰ ਗਾਜੇ। ਸੁੰਦਰ ਸ੍ਰੀ ਹਰਿ ਗੋਬਿੰਦ ਚੰਦ, ਸੰਗ ਚਲਤ ਹੋਏ ਸ਼ੋਭ ਬਿਲੰਦ। ਹਰ ਮੰਦਰ ਮੈਂ ਜਾਏ ਪਹੁੰਚੇ, ਰਾਗੀ ਰਾਗ ਕਰਤ ਸੁਰ ਉੱਚੇ। ਮੰਜੀ ਸਹਿਤ ਗ੍ਰੰਥ ਤੈ ਥਾਪ, ਬੈਠੇ ਨਿਕਟ ਗੁਰੂ ਤਬ ਆਪ। ਵਾਰ ਭੋਗ ਕੋ ਸੁਨਮਨ ਲਾਈ, ਸ੍ਰੀ ਅਰਜਨ ਪੁਨ ਗਿਰਾ ਅਲਾਈ। ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਓ ਆਵਾਜ਼ ਸੁਨੇ ਸਭ ਪੰਥ।
ਸੁਨ ਗੁਰ ਬਚਨ रुचर मन लायक, सत बाक मुख जल्द लायक। आदब संग तब ग्रंथ सो खोला, ले आवाज बूटा मुख बोला। आदब संग तब ग्रंथ सो खोला, ले आवाज बूटा मुख बोला। सूही महला पंजवा, संता के कारज आप खलोया, हर कम करावण आया राम। धरत सुहावी ताल सुहावा, विच अमृत जल छाया राम। अमृत जल छाया पूर्ण साज कराया, सगल मनोरथ पूरे। जय जयकार भया जग अंतर, लाथे सगल विसूरे। पूर्ण पुरख अचुत अविनाशी, जस वेद पुराणी गाया। अपना बिरद रखिया परमेसर, नानक नाम ध्याया। चौपाई। अपना बिरद रखिया परमेसर, नानक नाम ध्याया। चौपाई। सुन सब हूँ तब सीस नवायो, दीन बंद प्रभ तिन लग पायो। श्री गुरु करते चमर फिरंता, बुढ़ा जप जी पाठ करंता। संगत धन धन सुन कह, अदक आनंद प्रेम ते लह। जप जी भोग पाए जयकारा, सीस नवावत सबने उचारा। अत आनंद श्री अर्जन नाथ, भय कृतार्थ मान सनाथ। अदक प्रेम ते गद गद होए, गुण गन श्री परमेश्वर जोए। जब रात पई तद श्री बुढ़ा जी ने पूछया कि रात नूं इस परम पवित्र शब्द ब्रह्म प्रभ स्वरूप पावन पीठ दा निवास किवें ते कित्थे करना है। तद श्री गुरु जी ने आग्या कीती। श्री गुरु कहियो प्रभ दरबारा, ग्रंथ परमेश्वर को अवतारा। डेढ़ जाम जामन जब आए, पठै सोहिला कीर्तन गाए। बहरो ले जाओ असवारा, जिसी कोठरी रहन हमारा। तहाँ निवास करो जुत मान, जाम डेढ़ जाम न रहे हाँ आन। श्री हर मंदिर तबै स्नानो, फर्श नेक पात के ठानो। दीप सदा किरत कै बारो, जाम निसा जब गई निहारो। रागी आसा वारसो गावे, अनक राग के शब्द सुनावे। द्वै कटका जामन रहे, जबै आनो श्री ग्रंथ साहिब तबै। वार भोग ते खोल पढ़ीजै, इसी प्रकार कार नित कीजै। एव कह श्री गुरु बैठ रहाए, चौकी सुनी कानड़ा गाए। बौर सोलहा पट कर पास, उठ तब सब कीन से अरदास। बुढ़े ग्रंथ लीन सिर तारी, चवर करै गुर वारंवारी। सांखन की तुन कीन बिसाला, बादत अपर बजै तिस काला। रहे कोठरी में गुर सदा, गमन सदन आपने कदा। ते अस्थान ले कर जब गए, सुठ पर्यंक तब डास्त पए। सेज बंद गुंफे बड़ जरी, सुंदर पूर्ण माला तरी। तहाँ निवास ग्रंथ को कीनो, श्री गुर पूतल निकट असीनो। कब कब सदन आपने जाहे, नहीं तरहे ग्रंथ के पाहे। वाहिगुरु जी का खालसा, वाहिगुरु जी की फतेह।